ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਲੈ ਕੇ ਆਇਆ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ। ਕਰਮਾਂ ਦਾ ਫਲ ਸਭ ਨੂੰ ਭੋਗਣਾ ਪੈਂਦਾ ਹੈ। ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਵਧੀਆ ਮੈਸੇਜ ਵੀ ਜ਼ਰੂਰ ਮਿਲੇਗਾ। ਇੱਕ ਵਾਰ ਮਹਾਤਮਾ ਬੁੱਧ ਨੂੰ ਕਿਸੇ ਨੇ ਪੁੱਛਿਆ ਕਿ ਕਰਮ ਕੀ ਹੈ। ਇਹ ਸੁਣ ਕੇ ਮਹਾਤਮਾ ਬੁੱਧ ਮੁਸਕਰਾਏ ਤੇ ਉਹਨਾਂ ਨੇ ਜਵਾਬ ਦਿੱਤਾ, ਕਰਮਾਂ ਨੂੰ ਸਮਝਾਉਣ ਦੇ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਸਭ ਕੁਝ ਸਮਝ ਆ ਜਾਵੇਗਾ ਕਿ ਕਰਮ ਕੀ ਹੈ। ਮਹਾਤਮਾ ਬੁੱਧ ਜੀ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਇੱਕ ਵਾਰ ਉਹ ਆਪਣੇ ਮੰਤਰੀ ਦੇ ਨਾਲ ਦੇਸ਼ ਦਾ ਭ੍ਰਮਣ ਕਰਨ ਵਾਸਤੇ ਨਿਕਲਿਆ। ਘੁੰਮਦੇ ਘੁੰਮਦੇ ਰਾਜਾ ਤੇ ਮੰਤਰੀ ਇੱਕ ਬਾਜ਼ਾਰ ਵਿੱਚ ਪਹੁੰਚ ਗਏ। ਉਸ ਬਾਜ਼ਾਰ ਵਿੱਚ ਰਾਜੇ ਦਾ ਧਿਆਨ ਇੱਕ ਦੁਕਾਨਦਾਰ ਦੇ ਉੱਪਰ ਗਿਆ ਤੇ ਉਹ ਦੁਕਾਨਦਾਰ ਨੂੰ ਦੇਖ ਕੇ ਰਾਜੇ ਦੇ ਮਨ ਵਿੱਚ ਨਾ ਜਾਣੇ ਕਿਉਂ ਇਹ ਵਿਚਾਰ ਆਇਆ ਕਿ ਮੈਂ ਇਸ ਦੁਕਾਨਦਾਰ ਨੂੰ ਕੱਲ੍ਹ ਨੂੰ ਫਾਂਸੀ ਦੀ ਸਜ਼ਾ ਦੇ ਦੇਵਾਂ। ਇਹ ਗੱਲ ਰਾਜੇ ਨੇ ਆਪਣੇ ਮੰਤਰੀ ਨੂੰ ਦੱਸੀ। ਮੰਤਰੀ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਰਾਜਾ ਉਸ ਦੁਕਾਨਦਾਰ ਦੀ ਦੁਕਾਨ ਤੋਂ ਅੱਗੇ ਨਿਕਲ ਗਿਆ ਤੇ ਦੂਜੀਆਂ ਗੱਲਾਂ ਕਰਨ ਲੱਗਾ। ਮੰਤਰੀ ਬਹੁਤ ਹੀ ਚਿੰਤਤ ਹੋ ਗਿਆ। ਉਹ ਇਹ ਗੱਲ ਨਹੀਂ ਸਮਝ ਪਾ ਰਿਹਾ ਸੀ ਕਿ ਆਖਿਰ ਦੁਕਾਨਦਾਰ ਦੀ ਗਲਤੀ ਕੀ ਹੈ। ਦੁਕਾਨਦਾਰ ਦੇ ਨਾਲ ਬਿਨਾਂ ਕੋਈ ਗੱਲਬਾਤ ਕੀਤੇ, ਬਿਨਾਂ ਕੁਝ ਸੋਚੇ ਸਮਝੇ ਮਹਾਰਾਜ ਇਸ ਤਰ੍ਹਾਂ ਕਰਨ ਬਾਰੇ ਕਿਉਂ ਸੋਚ ਰਹੇ ਨੇ। ਰਾਜਾ ਤੇ ਮੰਤਰੀ ਭ੍ਰਮਣ ਕਰਨ ਤੋਂ ਬਾਅਦ ਮਹਿਲ ਵਿੱਚ ਵਾਪਸ ਚਲੇ ਗਏ, ਪਰ ਮੰਤਰੀ ਨੂੰ ਰਾਤ ਭਰ ਨੀਂਦ ਨਹੀਂ ਆਈ। ਸਵੇਰੇ ਉੱਠਣ ਤੋਂ ਬਾਅਦ ਮੰਤਰੀ ਇੱਕ ਸਧਾਰਨ ਬੰਦੇ ਦਾ ਭੇਸ਼ ਬਣਾ ਕੇ ਉਸ ਦੁਕਾਨਦਾਰ ਦੇ ਕੋਲ ਗਿਆ ਤੇ ਉਸ ਦੁਕਾਨਦਾਰ ਤੋਂ ਜਾ ਕੇ ਪੁੱਛਣ ਲੱਗਾ ਕਿ ਤੂੰ ਕੀ ਵੇਚਦਾ ਹੈ। ਦੁਕਾਨਦਾਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਚੰਦਨ ਦੀਆਂ ਲੱਕੜਾਂ ਵੇਚਦਾ ਹਾਂ। ਮੰਤਰੀ ਨੇ ਆਸ-ਪਾਸ ਦੇ ਲੋਕਾਂ ਤੋਂ ਉਸ ਦੁਕਾਨਦਾਰ ਬਾਰੇ ਪੁੱਛਿਆ ਤਾਂ ਸਭ ਨੇ ਇੱਕੋ ਹੀ ਜਵਾਬ ਦਿੱਤਾ ਕਿ ਉਹ ਕਿਸੇ ਦੇ ਨਾਲ ਬੋਲਦਾ ਨਹੀਂ ਤੇ ਹਮੇਸ਼ਾ ਦੁਖੀ ਰਹਿੰਦਾ ਹੈ। ਮੰਤਰੀ ਨੂੰ ਗੱਲ ਸਮਝ ਆ ਗਈ ਤੇ ਉਹ ਵਾਪਸ ਦੁਕਾਨਦਾਰ ਦੇ ਕੋਲ ਗਿਆ ਤੇ ਉਸ ਨੂੰ ਪੁੱਛਿਆ ਕਿ ਤੂੰ ਦੁਖੀ ਕਿਉਂ ਰਹਿੰਦਾ ਹੈ। ਦੁਕਾਨਦਾਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਦੁਖੀ ਇਸ ਲਈ ਰਹਿੰਦਾ ਹਾਂ ਕਿਉਂਕਿ ਮੇਰੀ ਦੁਕਾਨ ਦੇ ਵਿੱਚ ਲੋਕ ਆਉਂਦੇ ਨੇ, ਚੰਦਨ ਦੀਆਂ ਲੱਕੜਾਂ ਨੂੰ ਸੁੰਘਦੇ ਨੇ ਤੇ ਕਹਿੰਦੇ ਨੇ ਬਹੁਤ ਸੁੰਦਰ, ਇਹਨਾਂ ਵਿੱਚ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ, ਪਰ ਕੋਈ ਵੀ ਲੱਕੜਾਂ ਨੂੰ ਖਰੀਦਦਾ ਨਹੀਂ। ਇਹੀ ਮੇਰੇ ਦੁੱਖ ਦਾ ਸਭ ਤੋਂ ਵੱਡਾ ਕਾਰਨ ਹੈ। ਮੰਤਰੀ ਨੂੰ ਵੀ ਦੁਕਾਨਦਾਰ ਦੀ ਗੱਲ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਉਸਨੇ ਸੋਚਿਆ ਕਿ ਕੋਈ ਵੀ ਦੁਕਾਨਦਾਰ ਆਖਿਰ ਦੁਖੀ ਕਿਉਂ ਨਾ ਹੋਵੇ ਜੇਕਰ ਉਸ ਦੀ ਦੁਕਾਨ ਦਾ ਕੋਈ ਵੀ ਸਮਾਨ ਖਰੀਦਿਆ ਨਾ ਜਾਵੇ, ਜਦ ਕਿ ਸਮਾਨ ਵਿੱਚ ਕੋਈ ਵੀ ਕਮੀ ਨਾ ਹੋਵੇ। ਮੰਤਰੀ ਸੋਚਣ ਲੱਗਾ ਕਿ ਇਹ ਦੁਕਾਨਦਾਰ ਇਸੇ ਪਰੇਸ਼ਾਨੀ ਕਰਕੇ ਹੀ ਦੁਖੀ ਰਹਿੰਦਾ ਹੈ, ਪਰ ਰਾਜਾ ਇਸ ਦੁਕਾਨਦਾਰ ਨੂੰ ਫਾਂਸੀ ਤੇ ਕਿਉਂ ਲਟਕਾਉਣਾ ਚਾਹੁੰਦਾ ਹੈ। ਮੰਤਰੀ ਨੇ ਫਿਰ ਦੁਕਾਨਦਾਰ ਤੋਂ ਪੁੱਛਿਆ ਕਿ ਤੂੰ ਉਦੋਂ ਕੀ ਕਰੇਂਗਾ ਜੇਕਰ ਤੇਰੀਆਂ ਸਾਰੀਆਂ ਲੱਕੜਾਂ ਪਈਆਂ ਹੀ ਰਹਿ ਜਾਣ। ਦੁਕਾਨਦਾਰ ਨੇ ਬਹੁਤ ਹੀ ਗੁੱਸੇ ਦੇ ਭਾਵ ਨਾਲ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੇਰੀਆਂ ਚੰਦਨ ਦੀਆਂ ਲੱਕੜਾਂ ਇਸੇ ਤਰ੍ਹਾਂ ਹੀ ਪਈਆਂ ਰਹਿ ਜਾਣਗੀਆਂ, ਇਹਨਾਂ ਨੂੰ ਕੋਈ ਵੀ ਨਹੀਂ ਖਰੀਦੇਗਾ। ਇਸ ਲਈ ਮੈਂ ਸੋਚਦਾ ਹੁੰਦਾ ਹਾਂ ਕਿ ਸਾਡੇ ਦੇਸ਼ ਦਾ ਰਾਜਾ ਜਲਦੀ ਤੋਂ ਜਲਦੀ ਮਰ ਜਾਵੇ। ਜੇਕਰ ਉਹ ਜਲਦੀ ਮਰ ਗਿਆ ਤਾਂ ਮੈਂ ਰਾਜ ਦਰਬਾਰ ਵਿੱਚ ਆਪਣੀਆਂ ਚੰਦਨ ਦੀਆਂ ਲੱਕੜਾਂ ਭੇਜ ਦਿਆਂਗਾ ਤੇ ਇਸ ਨਾਲ ਮੈਨੂੰ ਕੁਝ ਪੈਸੇ ਵੀ ਮਿਲ ਜਾਣਗੇ ਤੇ ਇਸ ਬਾਜ਼ਾਰ ਤੋਂ ਇਲਾਵਾ ਵੀ ਲੋਕਾਂ ਨੂੰ ਮੇਰੀ ਚੰਦਨ ਦੀਆਂ ਲੱਕੜਾਂ ਬਾਰੇ ਪਤਾ ਲੱਗ ਜਾਵੇਗਾ, ਤਾਂ ਫਿਰ ਕੁਝ ਨਾ ਕੁਝ ਲੋਕ ਮੇਰੀ ਦੁਕਾਨ ਤੋਂ ਚੰਦਨ ਦੀਆਂ ਲੱਕੜਾਂ ਖਰੀਦਣ ਜ਼ਰੂਰ ਆਉਣਗੇ। ਮੰਤਰੀ ਦੁਕਾਨਦਾਰ ਦੀਆਂ ਗੱਲਾਂ ਸੁਣ ਕੇ ਸਭ ਕੁਝ ਸਮਝ ਗਿਆ, ਪਰ ਮੰਤਰੀ ਬਹੁਤ ਜ਼ਿਆਦਾ ਚਤੁਰ ਤੇ ਸਮਝਦਾਰ ਵੀ ਸੀ। ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ। ਮੰਤਰੀ ਨੇ ਦੁਕਾਨਦਾਰ ਕੋਲੋਂ ਕੁਝ ਲੱਕੜਾਂ ਖਰੀਦ ਲਈਆਂ। ਇਸ ਖਰੀਦਦਾਰੀ ਨਾਲ ਦੁਕਾਨਦਾਰ ਕੋਲ ਵੀ ਕੁਝ ਪੈਸੇ ਆ ਗਏ ਤੇ ਉਹ ਥੋੜਾ ਖੁਸ਼ ਹੋ ਗਿਆ। ਮੰਤਰੀ ਚੰਦਨ ਦੀਆਂ ਲੱਕੜਾਂ ਲੈ ਕੇ ਵਾਪਸ ਰਾਜ ਦਰਬਾਰ ਚਲਾ ਗਿਆ। ਰਾਜ ਦਰਬਾਰ ਪਹੁੰਚਦੇ ਹੀ ਮੰਤਰੀ ਨੇ ਉਹ ਚੰਦਨ ਦੀਆਂ ਲੱਕੜਾਂ ਰਾਜੇ ਦੇ ਅੱਗੇ ਰੱਖ ਦਿੱਤੀਆਂ ਤੇ ਬੋਲਿਆ ਕਿ ਰਾਜਨ, ਚੰਦਨ ਦੀਆਂ ਲੱਕੜਾਂ ਉਸੇ ਦੁਕਾਨਦਾਰ ਨੇ ਹੀ ਤੁਹਾਨੂੰ ਭੇਟ ਕੀਤੀਆਂ ਹਨ ਜਿਸ ਦੁਕਾਨਦਾਰ ਨੂੰ ਤੁਸੀਂ ਕੱਲ ਫਾਂਸੀ ਤੇ ਲਟਕਾਉਣ ਬਾਰੇ ਸੋਚ ਰਹੇ ਸੀ। ਰਾਜੇ ਨੇ ਉਹਨਾਂ ਚੰਦਨ ਦੀਆਂ ਲੱਕੜਾਂ ਨੂੰ ਸੁੰਘਿਆ। ਉਸ ਨੂੰ ਉਹਨਾਂ ਚੰਦਨ ਦੀਆਂ ਲੱਕੜਾਂ ਦੀ ਮਹਿਕ ਬਹੁਤ ਜ਼ਿਆਦਾ ਪਸੰਦ ਆਈ। ਰਾਜੇ ਨੇ ਕਿਹਾ ਕਿ ਚੰਦਨ ਦੀਆਂ ਲੱਕੜਾਂ ਬਹੁਤ ਜ਼ਿਆਦਾ ਖੁਸ਼ਬੂਦਾਰ ਹਨ। ਦੁਕਾਨਦਾਰ ਦੀ ਇਸ ਅਨੋਖੀ ਭੇਟ ਨਾਲ ਰਾਜਾ ਖੁਸ਼ ਹੋ ਗਿਆ। ਰਾਜੇ ਨੇ ਮੰਤਰੀ ਨੂੰ ਕੁਝ ਮੋਹਰਾਂ ਦਿੱਤੀਆਂ ਤੇ ਬੋਲਿਆ ਕਿ ਜਾਓ ਇਸ ਦੁਕਾਨਦਾਰ ਨੂੰ ਸੋਨੇ ਦੀਆਂ ਮੋਹਰਾਂ ਇਨਾਮ ਦੇ ਰੂਪ ਵਿੱਚ ਦੇ ਦਿਓ ਤੇ ਉਸ ਨੂੰ ਕਹਿਣਾ ਕਿ ਅੱਜ ਤੋਂ ਬਾਅਦ ਜਦੋਂ ਵੀ ਮਹਿਲ ਵਿੱਚ ਚੰਦਨ ਦੀਆਂ ਲੱਕੜਾਂ ਦੀ ਜ਼ਰੂਰਤ ਹੋਵੇਗੀ ਉਦੋਂ ਤੇਰੀ ਦੁਕਾਨ ਤੋਂ ਹੀ ਚੰਦਨ ਦੀਆਂ ਲੱਕੜਾਂ ਲਈਆਂ ਜਾਣਗੀਆਂ। ਇਹ ਗੱਲ ਸੁਣ ਕੇ ਮੰਤਰੀ ਮਨ ਹੀ ਮਨ ਮੁਸਕਰਾਉਣ ਲੱਗਾ ਤੇ ਇਹ ਸੋਚਣ ਲੱਗਾ ਹੁਣ ਤਾਂ ਰਾਜੇ ਦੇ ਮਨ ਵਿੱਚ ਉਸ ਨੂੰ ਮਾਰਨ ਦਾ ਵਿਚਾਰ ਆ ਹੀ ਨਹੀਂ ਸਕਦਾ, ਕਿਉਂਕਿ ਹੁਣ ਤਾਂ ਹਮੇਸ਼ਾ ਵਾਸਤੇ ਰਾਜ ਦਰਬਾਰ ਦੇ ਲਈ ਚੰਦਨ ਦੀਆਂ ਲੱਕੜਾਂ ਦੀ ਜ਼ਿੰਮੇਵਾਰੀ ਉਸ ਦੁਕਾਨਦਾਰ ਦੀ ਹੀ ਹੈ। ਮੰਤਰੀ ਸੋਨੇ ਦੀਆਂ ਮੋਹਰਾਂ ਲੈ ਕੇ ਦੁਕਾਨਦਾਰ ਵੱਲ ਨੂੰ ਚੱਲ ਪਿਆ। ਇੱਧਰ ਰਾਜਾ ਇਸ ਵਿਚਾਰ ਵਿੱਚ ਪੈ ਗਿਆ ਕਿ ਉਹ ਦੁਕਾਨਦਾਰ ਤਾਂ ਬਹੁਤ ਚੰਗਾ ਇਨਸਾਨ ਹੈ। ਜਿਸ ਵਕਤ ਮੈਂ ਉਸ ਦੇ ਬਾਰੇ ਇਹ ਸੋਚ ਰਿਹਾ ਸੀ ਕਿ ਮੈਂ ਉਸ ਨੂੰ ਕੱਲ ਫਾਂਸੀ ਦੇ ਦੇਵਾਂ, ਉਦੋਂ ਹੀ ਸ਼ਾਇਦ ਉਸ ਦੇ ਦਿਮਾਗ ਵਿੱਚ ਇਹ ਵਿਚਾਰ ਆਇਆ ਹੋਵੇਗਾ ਕਿ ਰਾਜਾ ਪਹਿਲੀ ਵਾਰ ਮੇਰੀ ਦੁਕਾਨ ਦੇ ਸਾਹਮਣੇ ਆਇਆ ਹੈ, ਕਿਉਂ ਨਾ ਮੈਂ ਇਸ ਨੂੰ ਆਪਣੀਆਂ ਚੰਦਨ ਦੀਆਂ ਲੱਕੜਾਂ ਭੇਟ ਕਰਾਂ। ਤੇ ਅੱਜ ਉਸਨੇ ਮੈਨੂੰ ਵਧੀਆ ਖੁਸ਼ਬੂਦਾਰ ਲੱਕੜਾਂ ਭੇਟ ਵੀ ਕੀਤੀਆਂ। ਬੇਵਜ੍ਹਾ ਹੀ ਮੈਂ ਉਸ ਨੂੰ ਫਾਂਸੀ ਦੇਣ ਬਾਰੇ ਸੋਚ ਰਿਹਾ ਸੀ। ਇੱਧਰ ਮੰਤਰੀ ਦੁਕਾਨਦਾਰ ਦੇ ਕੋਲ ਪਹੁੰਚ ਗਿਆ ਤੇ ਮੰਤਰੀ ਨੇ ਰਾਜੇ ਵੱਲੋਂ ਦਿੱਤੀਆਂ ਹੋਈਆਂ ਸੋਨੇ ਦੀਆਂ ਮੋਹਰਾਂ ਨੂੰ ਦੁਕਾਨਦਾਰ ਨੂੰ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਚੰਦਨ ਦੀਆਂ ਲੱਕੜਾਂ ਨੂੰ ਮੈਂ ਤੇਰੇ ਤੋਂ ਕੱਲ ਖਰੀਦ ਕੇ ਲੈ ਗਿਆ ਸੀ, ਰਾਜੇ ਨੇ ਉਹਨਾਂ ਨੂੰ ਬਹੁਤ ਪਸੰਦ ਕੀਤਾ ਹੈ ਤੇ ਇਨਾਮ ਦੇ ਤੌਰ ਤੇ ਤੈਨੂੰ ਇਹ ਸੋਨੇ ਦੀਆਂ ਮੋਹਰਾਂ ਭੇਜੀਆਂ ਹਨ। ਇਹ ਸੁਣ ਕੇ ਦੁਕਾਨਦਾਰ ਬਹੁਤ ਖੁਸ਼ ਹੋ ਗਿਆ।
ਤੇ ਫਿਰ ਮੰਤਰੀ ਨੇ ਦੁਕਾਨਦਾਰ ਨੂੰ ਇਹ ਦੱਸਿਆ ਕਿ ਅੱਜ ਤੋਂ ਰਾਜ ਦਰਬਾਰ ਵਿੱਚ ਜਦੋਂ ਵੀ ਲੱਕੜਾਂ ਦੀ ਜ਼ਰੂਰਤ ਪਵੇਗੀ ਤਾਂ ਸਾਰੀਆਂ ਚੰਦਨ ਦੀਆਂ ਲੱਕੜਾਂ ਤੇਰੀ ਦੁਕਾਨ ਤੋਂ ਹੀ ਲਈਆਂ ਜਾਣਗੀਆਂ। ਦੁਕਾਨਦਾਰ ਮੰਤਰੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋ ਗਿਆ। ਫਿਰ ਮੰਤਰੀ ਨੇ ਦੁਕਾਨਦਾਰ ਤੋਂ ਪੁੱਛਿਆ ਕਿ ਤੂੰ ਤਾਂ ਰਾਜੇ ਬਾਰੇ ਇੰਨਾ ਬੁਰਾ ਭਲਾ ਸੋਚਦਾ ਸੀ, ਪਰ ਦੇਖ ਰਾਜਾ ਤੇਰੀ ਕਿੰਨੀ ਚਿੰਤਾ ਕਰਦਾ ਹੈ। ਰਾਜਾ ਕਿੰਨਾ ਚੰਗਾ ਹੈ, ਰਾਜਾ ਆਪਣੀ ਪ੍ਰਜਾ ਬਾਰੇ ਕਿੰਨਾ ਸੋਚਦਾ ਹੈ, ਤੇ ਤੂੰ ਉਸ ਦੇ ਬਾਰੇ ਕਿੰਨਾ ਗਲਤ ਸੋਚ ਰਿਹਾ ਸੀ। ਦੁਕਾਨਦਾਰ ਮੰਤਰੀ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਥੋੜਾ ਸ਼ਰਮਿੰਦਾ ਹੋ ਗਿਆ ਤੇ ਇਸ ਗੱਲ ਬਾਰੇ ਸੋਚ ਕੇ ਦੁਖੀ ਹੋਣ ਲੱਗਾ ਕਿ ਮੈਂ ਰਾਜੇ ਬਾਰੇ ਕਿੰਨਾ ਮਾੜਾ ਸੋਚ ਰਿਹਾ ਸੀ, ਪਰ ਰਾਜਾ ਕਿੰਨਾ ਚੰਗਾ ਹੈ, ਸਾਡਾ ਕਿੰਨਾ ਖਿਆਲ ਕਰਦਾ ਹੈ। ਪਰਮਾਤਮਾ ਉਸ ਦੀ ਉਮਰ ਲੰਮੀ ਕਰੇ, ਉਸ ਨੂੰ ਸਦਾ ਸਲਾਮਤ ਰੱਖੇ। ਦੁਕਾਨਦਾਰ ਨੂੰ ਆਪਣੀ ਸੋਚਣੀ ਤੇ ਪਛਤਾਵਾ ਕਰਦਾ ਦੇਖ ਕੇ ਤੇ ਉਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੰਤਰੀ ਬਹੁਤ ਖੁਸ਼ ਹੋਇਆ ਤੇ ਰਾਜ ਦਰਬਾਰ ਵਾਪਸ ਚਲਾ ਗਿਆ। ਕਹਾਣੀ ਨੂੰ ਸਮਾਪਤ ਕਰਦੇ ਹੋਏ ਮਹਾਤਮਾ ਬੁੱਧ ਨੇ ਆਪਣੇ ਸ਼ਿਸ਼ਿਆਂ ਨੂੰ ਪੁੱਛਿਆ ਕਿ ਹੁਣ ਤੁਸੀਂ ਦੱਸੋ ਕਰਮ ਕੀ ਹੈ। ਕਿਸੇ ਸ਼ਿਸ਼ ਨੇ ਕਿਹਾ ਕਿ ਕਰਮ ਬੋਲੇ ਗਏ ਸ਼ਬਦ ਹਨ, ਕਿਸੇ ਨੇ ਕਿਹਾ ਕਰਮ ਬਾਣੀ ਹੈ, ਕਿਸੇ ਨੇ ਕਿਹਾ ਕਰਮ ਸੋਚ ਹੈ, ਕਿਸੇ ਨੇ ਕਿਹਾ ਕਰਮ ਭਾਵਨਾ ਹੈ, ਵਗੈਰਾ ਵਗੈਰਾ। ਆਪਣੇ ਸਾਰੇ ਸ਼ਿਸ਼ਾਂ ਦੇ ਜਵਾਬ ਸੁਣਨ ਤੋਂ ਬਾਅਦ ਮਹਾਤਮਾ ਬੁੱਧ ਨੇ ਕਿਹਾ ਕਿ ਇਨਸਾਨ ਦੇ ਵਿਚਾਰ ਹੀ ਉਸ ਦੇ ਕਰਮ ਹੁੰਦੇ ਹਨ। ਸਾਡੇ ਵਿਚਾਰ ਜੈਸੇ ਰਹਿਣਗੇ ਅਸੀਂ ਵੈਸੇ ਹੀ ਕਰਮ ਕਰਾਂਗੇ ਤੇ ਉਹਨਾਂ ਵਿਚਾਰਾਂ ਦੁਆਰਾ ਕੀਤੇ ਗਏ ਕਰਮ ਹੀ ਸਾਡੇ ਸੁੱਖ ਦੁੱਖ ਦੇ ਉੱਤਰਦਾਇਕ ਹੁੰਦੇ ਹਨ। ਅਰਥਾਤ ਜੇਕਰ ਸਾਡੇ ਵਿਚਾਰ ਹੀ ਗਲਤ ਹੋਣ ਤਾਂ ਸਾਡੇ ਦੁਆਰਾ ਕੀਤੇ ਗਏ ਕਰਮ ਵੀ ਗਲਤ ਹੀ ਹੋਣਗੇ ਤੇ ਉਹਨਾਂ ਦਾ ਸਿੱਟਾ ਵੀ ਗਲਤ ਹੀ ਨਿਕਲੇਗਾ, ਜਿਸ ਕਰਕੇ ਅਸੀਂ ਦੁਖੀ ਰਹਾਂਗੇ। ਜੇਕਰ ਸਾਡੇ ਵਿਚਾਰ ਸਹੀ ਹੋਣਗੇ, ਚੰਗੇ ਹੋਣਗੇ ਤਾਂ ਅਸੀਂ ਚੰਗੇ ਕਰਮ ਕਰਾਂਗੇ ਤੇ ਫਿਰ ਸਾਡੀ ਜ਼ਿੰਦਗੀ ਵਿੱਚ ਵੀ ਸਭ ਕੁਝ ਚੰਗਾ ਹੀ ਹੋਵੇਗਾ ਤੇ ਸਾਡੀ ਜ਼ਿੰਦਗੀ ਵੀ ਸੁਖਮਈ ਹੋਵੇਗੀ। ਦੋਸਤੋ, ਹੁਣ ਅਸੀਂ ਕਰਮ ਨੂੰ ਥੋੜਾ ਆਸਾਨ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਰਮ ਦਾ ਅਰਥ ਹੈ ਕੰਮ। ਇਸ ਦੁਨੀਆ ਵਿੱਚ, ਇਸ ਬ੍ਰਹਿਮੰਡ ਵਿੱਚ ਜੋ ਵੀ ਕੰਮ ਹੋ ਰਿਹਾ ਹੈ ਉਹ ਇੱਕ ਕਰਮ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਕਰਮ ਕਿਰਿਆ ਤੇ ਪ੍ਰਤੀਕਿਰਿਆ ਦੇ ਸਧਾਰਨ ਜਿਹੇ ਸਿਧਾਂਤ ਨੂੰ ਫੋਲੋ ਕਰਦਾ ਹੈ। ਅਸੀਂ ਜੋ ਵੀ ਕੰਮ ਕਰਦੇ ਹਾਂ ਉਹ ਇੱਕ ਕਰਮ ਹੈ। ਫਿਰ ਕਿਰਿਆ ਤੇ ਪ੍ਰਤੀਕਿਰਿਆ ਦੇ ਅਨੁਸਾਰ ਇਸ ਕਰਮ ਦਾ ਇੱਕ ਪਰਿਣਾਮ ਹੁੰਦਾ ਹੈ। ਜਿਵੇਂ ਕੱਚ ਦੇ ਗਲਾਸ ਨੂੰ ਸੁੱਟਣਾ ਇੱਕ ਕਰਮ ਹੈ ਤੇ ਉਸ ਦਾ ਟੁੱਟ ਜਾਣਾ ਪਰਿਣਾਮ ਹੈ। ਬਾਰਿਸ਼ ਹੋਣਾ ਇੱਕ ਕਰਮ ਹੈ ਤੇ ਹੜ੍ਹ ਆ ਜਾਣਾ ਉਸ ਦਾ ਪਰਿਣਾਮ ਹੈ। ਪਰਿਣਾਮ ਸਾਡੇ ਹਿੱਤ ਵਿੱਚ ਹੋਵੇਗਾ ਜਾਂ ਅਹਿੱਤ ਵਿੱਚ, ਇਹ ਪੂਰੀ ਤਰ੍ਹਾਂ ਸਾਡੇ ਦੁਆਰਾ ਕੀਤੇ ਗਏ ਕਰਮਾਂ 'ਤੇ ਹੀ ਨਿਰਭਰ ਕਰਦਾ ਹੈ। ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਉੱਪਰ ਅਸਮਾਨ ਵਿੱਚ ਕੋਈ ਬੈਠਾ ਹੈ ਜੋ ਇਹ ਫੈਸਲਾ ਕਰਦਾ ਹੈ ਕਿ ਕਿਸ ਦੇ ਜੀਵਨ ਵਿੱਚ ਸੁੱਖ ਦੇਣਾ ਹੈ ਤੇ ਕਿਸ ਦੇ ਜੀਵਨ ਵਿੱਚ ਦੁੱਖ ਦੇਣਾ ਹੈ, ਜਦ ਕਿ ਅਸਲ ਵਿੱਚ ਸਾਡੇ ਕਰਮ ਤੇ ਉਹਨਾਂ ਦੁਆਰਾ ਕੀਤੇ ਗਏ ਪਰਿਣਾਮ ਹੀ ਸਾਡੇ ਸੁੱਖ ਦੁੱਖ ਨੂੰ ਨਿਰਧਾਰਿਤ ਕਰਦੇ ਹਨ। ਇਸੇ ਲਈ ਸਾਡੀ ਪਰੰਪਰਾ ਵੀ ਇਹੀ ਕਹਿੰਦੀ ਹੈ ਕਿ ਤੁਸੀਂ ਆਪਣੇ ਭਾਗ ਦੇ ਨਿਰਮਾਤਾ ਖੁਦ ਹੋ। ਅਸਲ ਵਿੱਚ ਸਾਡੇ ਦੁਆਰਾ ਕੀਤੇ ਗਏ ਕਰਮਾਂ ਦੇ ਪਰਿਣਾਮ ਹੀ ਸਾਡੀ ਕਿਸਮਤ ਹਨ। ਅਸੀਂ ਕਿਸ ਤਰ੍ਹਾਂ ਦੇ ਕੰਮ ਕਰਨੇ ਹਨ ਇਹ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਹੈ। ਜਦੋਂ ਕੋਈ ਚੰਗੇ ਕਰਮ ਕਰੇਗਾ ਤਾਂ ਉਸ ਦੀ ਕਿਸਮਤ ਚੰਗੀ ਹੁੰਦੀ ਚਲੀ ਜਾਵੇਗੀ, ਜੇ ਕੋਈ ਬੁਰੇ ਕੰਮ ਕਰੇਗਾ ਤਾਂ ਉਸ ਦੀ ਕਿਸਮਤ ਬੁਰੀ ਹੁੰਦੀ ਚਲੀ ਜਾਵੇਗੀ। ਜਿਵੇਂ ਦੋ ਬੱਚੇ ਹਨ, ਉਹਨਾਂ ਵਿੱਚੋਂ ਇੱਕ ਬੱਚਾ ਬਚਪਨ ਤੋਂ ਹੀ ਨਵੀਆਂ ਚੀਜ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਜਾਣਨ ਦੀ ਕੋਸ਼ਿਸ਼ ਕਰਦਾ ਹੈ। ਉਹ ਹਮੇਸ਼ਾ ਹੀ ਆਪਣਾ 100% ਦੇਣ ਦੀ ਕੋਸ਼ਿਸ਼ ਕਰਦਾ ਹੈ ਤੇ ਜੋ ਦੂਜੇ ਪਾਸੇ ਦੂਜਾ ਬੱਚਾ ਹੈ ਉਹ ਨਵੀਂ ਚੀਜ਼ ਬਾਰੇ ਕੁਝ ਵੀ ਸਿੱਖਣਾ ਨਹੀਂ ਚਾਹੁੰਦਾ, ਕੋਈ ਵੀ ਕੋਸ਼ਿਸ਼ ਨਹੀਂ ਕਰਦਾ, ਉਸ ਨੂੰ ਕਿਸੇ ਵੀ ਕੰਮ ਵਿੱਚ ਕੋਈ ਇੰਟਰਸਟ ਨਹੀਂ। ਕੁਝ ਸਮਾਂ ਬੀਤਣ 'ਤੇ ਪਹਿਲੇ ਵਾਲਾ ਬੱਚਾ ਆਪਣੀ ਜ਼ਿੰਦਗੀ ਵਿੱਚ ਕਾਫੀ ਹੱਦ ਤੱਕ ਸਫਲ ਇਨਸਾਨ ਬਣ ਜਾਂਦਾ ਹੈ, ਜਦੋਂ ਕਿ ਦੂਜਾ ਬੱਚਾ ਸਾਲ ਬਾਅਦ ਵੀ ਆਪਣੀ ਹੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਿਹਾ ਹੁੰਦਾ ਹੈ। ਹੁਣ ਇੱਥੇ ਪਹਿਲੇ ਬੱਚੇ ਨੂੰ ਦੇਖ ਕੇ ਦੂਜਾ ਬੱਚਾ ਬੜੀ ਆਸਾਨੀ ਨਾਲ ਕਹਿ ਦਿੰਦਾ ਹੈ ਕਿ ਉਸ ਦੀ ਤਾਂ ਕਿਸਮਤ ਚੰਗੀ ਸੀ, ਪਰ ਨਹੀਂ, ਅਸਲ ਵਿੱਚ ਉਸ ਦੇ ਕਰਮ ਚੰਗੇ ਸੀ, ਜਿਸ ਦੇ ਪਰਿਣਾਮ ਸਰੂਪ ਉਸ ਦੀ ਕਿਸਮਤ ਚੰਗੀ ਹੁੰਦੀ ਚਲੀ ਗਈ। ਪਰ ਜੇਕਰ ਅਸੀਂ ਵੀ ਚਾਹੀਏ ਤਾਂ ਆਪਣੇ ਕਰਮਾਂ ਨੂੰ ਚੰਗਾ ਕਰਕੇ ਆਪਣੀ ਕਿਸਮਤ ਨੂੰ ਬਦਲ ਸਕਦੇ ਹਾਂ। ਸਿੱਧੀ ਜਿਹੀ ਗੱਲ ਹੈ ਦੋਸਤੋ, ਤੁਸੀਂ ਜੇਕਰ ਆਪਣੇ ਕਰਮ ਬਦਲੋਗੇ ਤਾਂ ਤੁਹਾਡੀ ਕਿਸਮਤ ਆਪਣੇ ਆਪ ਹੀ ਬਦਲਦੀ ਜਾਵੇਗੀ ਤੇ ਇਹ ਗੱਲ ਦੋਵਾਂ परिस्थितियों ਵਿੱਚ ਸਹੀ ਹੈ, चंगे लिए भी ते बुरे लिए भी। सो दोस्तों, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।